अस्सलाम वालेकुम नादरीन, आप देख रहे हैं 44 टीवी। मैं आपका मेज़बान सरदार जवेद आशुर डोगर। तो आज मैं आपको दिखाऊंगा दरिया के उस पार लोग कैसे ज़िंदगी गुजारते हैं। साइंस ने तरक्की की तो लोगों ने पक्के मकान बना लिए, तरह तरह की सहूलतें मिल गई, मगर आज हम आपको एक ऐसा गांव दिखाएंगे तरक्की के बावजूद अभी भी कच्चे मकान है, लोगों का रहन सहन पुराने तरीके, पुरानी रस्मों रिवाज। तो हम इस वक्त मौजूद हैं गंडा सिंह के नवाई गांव मुंबे वाला वस्सी चबेला वाला, यहाँ पर मौजूद है। बिल्कुल बाउंड्री लाइन पर ये गांव बाद है, कच्चे मकान है लोगों के। तो मेरे पास मौजूद है एक अंकल जी, उनसे बात करते हैं। अस्सलाम वालेकुम। वालेकुम सलाम। अंकल जी की हाल ने? अल्लाह ताला तो बहुत शुक्र है। की ना है? मोहम्मद आशिक। अच्छा आशिक साहब, टोडा में वेख्या पूरी वस्ती दे घर कच्चे ने, लोगों ने तरक्की कर ली, पक्के कोठे पा लै, गड्डियां ते मोटरां साइकिलां ले लियां। इत्थे हइये भी किसी दे कोल यानी कि कच्चे घर ने, पुराने तरीके ने। टोडा नहीं दिल करदा कि ਅਸੀਂ पक्के मकान बनाइए? कि साडे दिल दी ते ख्वाहिश है कि आज पहली दफा है कि ਅਸੀਂ बड़े ਤੁਹਾਨੂੰ ਵੇਖ ਕੇ खुश ਹੋਏ ਆ ਕਿ ਕਿਹੜੇ ਵੀਡੀਓ ਵਾਲੇ ਜਾਂ ਕੈਮਰੇ ਵਾਲੇ ਤੁਸੀਂ ਸਾਡੇ ਕੋਲ ਪਹੁੰਚੇ ਜੇ। ਬਾਕੀ ਆਂਦੇ ਨੇ ਨਾ ਪਿੱਛੋਂ ਹੀ ਹਟ ਜਾਂਦੇ ਨੇ, ਆਂਦੇ ਨੇ ਜੀ ਅੱਗੇ ਸਿੰਗਰਲ ਨਹੀਂ ਆ ਰਿਹਾ, ਇੱਥੇ ਮਾੜੀ ਪਾਰਟੀ ਬੈਠੀ। ਮਾੜੀ ਪਾਰਟੀ ਬੈਠੀ। ਮਾੜੀ ਪਾਰਟੀ ਕੋਲ ਕਿ ਅੱਜ ਜ਼ਿੰਦਗੀ ਦਾ ਵਾਕਿਆ ਹੈ। ਗਰੀਬ ਦੀ ਕੋਈ ਬਾਤ ਵੀ ਨਹੀਂ ਬਣਨ ਵਾਸਤੇ ਕੋਈ ਨਹੀਂ ਪੁੱਛਦਾ। ਸਾਨੂੰ ਦਵਾਈ ਵੀ ਲਿਆਉਣੀ ਹੋਵੇ ਨਾ ਤੇ ਬਹੁਤ ਮੁਸ਼ਕਲ। ਦਵਾਈ ਅਗਰ ਤੁਸੀਂ ਲੈਣ ਜਾਣਾ ਹੋਵੇ ਤੇ ਇਥੋਂ ਕਸੂਰ ਤਾਂ ਬੜੀ ਦੂਰ ਚਲਾ ਜਾਂਦਾ ਹੈ, ਰਾਹ ਵੀ ਕੱਚੇ ਨੇ, ਸਵਾਰੀਆਂ ਵੀ ਨਹੀਂ ਹੈਗੀਆਂ, ਨਹੀਂ ਹੈ ਤੇ ਕੀ ਮੁਸ਼ਕਲਾਂ ਹੁੰਦੀਆਂ ਹੋਣਗੀਆਂ? ਬਹੁਤ ਮੁਸ਼ਕਲਾਂ ਆਉਂਦੀ ਹੈ ਤੇ ਫਿਰ ਮਜਬੂਰੀ ਦਾ ਨਾਮ ਸ਼ੁਕਰੀਆ ਹੈ। ਅੱਛਾ, ਕਿੰਨੀ ਦੇਰ ਤੋਂ ਇੱਥੇ ਰਹਿੰਦੇ ਪਿਓ? ਇਹ ਅਸੀਂ ਤੇ ਇੱਥੇ ਬੈਠੇ ਹਾਂ ਹਿੰਦੁਸਤਾਨ ਤੇ ਪਾਕਿਸਤਾਨ ਬਣਨ ਤੋਂ ਪਹਿਲੇ ਕਿ ਸਾਡਾ ਮਾਂ ਪਿਓ ਦੱਸਦਾ ਸੀ ਕਿ ਇੱਥੇ ਬੈਠੇ। ਬਿਲਕੁਲ ਨਾਲ ਹੀ ਦਰਿਆ ਦਾ ਪਾਣੀ ਹੈ, ਪਾਣੀ ਤੋਂ ਡਰ ਨਹੀਂ ਲੱਗਦਾ? ਡਰ ਲੱਗਦਾ ਹੈ, ਪਰ ਕਿੱਧਰ ਨੂੰ ਜਾਈਏ? ਕਿੱਧਰ ਨੂੰ ਜਾਈਏ? ਤੇ ਕਦੇ ਸੋਚਿਆ ਹੋਵੇ ਕਿ ਆ ਪਿੰਡ ਛੱਡ ਕੇ ਸ਼ਹਿਰ ਦੇ ਨੇੜੇ ਚਲੇ ਚੱਲੀਏ ਜਿੱਥੇ ਸਹੂਲਤਾਂ ਨੇ, ਤੇ ਕਦੇ ਨਹੀਂ ਦਿਲ 'ਚ ਖਿਆਲ ਆਇਆ? ਖਿਆਲ ਤੇ ਬੜੀ ਵਾਰੀ ਆਉਂਦਾ, ਪਰ ਉਹ ਇਨਸਾਨ ਦਾ ਜੋ ਹੱਥ ਨਾ ਹੋਵੇ ਤਾਂ ਗੱਲ ਤੇ ਕਿਵੇਂ ਮਾਰੇ? ਗੱਲ ਤੇ ਕਿਵੇਂ ਮਾਰੇ? ਹਾਂ, ਹੱਥ ਹੋਵੇ ਤੇ ਵੱਜਣਾ, ਨਹੀਂ ਤਾਂ ਮੱਖੀਆਂ ਖਾਧੀ ਜਾਣਾ। ਜੇ ਸਾਡੇ ਕੋਲ ਕੁਛ ਹੈ ਹੋਵੇ ਦੀ ਤੇ ਪਿਛਾਂ ਜਾ। ਹਾਲਾਤ ਹੀ ਇੰਨੇ ਕਮਜ਼ੋਰ, ਹਾਲਾਤ ਇੰਨੇ ਕਮਜ਼ੋਰ ਨੇ। ਮਹਿੰਗਾਈ ਜਿਹੜੀ ਹੁਣ ਪਿਛਲੇ ਸਾਲ ਇੰਨੀ ਕਿੱਲਤ ਹੋ ਗਈ ਸੀ ਕਿ ਆਟੇ ਤੋਂ ਵੀ ਤੰਗ ਹੋ ਗਏ ਸਾਂਦੇ। ਫਿਰ ਕਿ ਰਾਸ਼ਨ ਵਾਲਿਆਂ ਨੇ ਨਾ ਦਿੱਤਾ 3-3 ਤੋੜੀਆਂ ਆਟਾ। ਇਹ ਸ਼ੁਕਰ ਹੈ ਉਹਨਾਂ ਇਹਨਾਂ ਵੀ ਕਰਤਾ ਹੈ। ਨਵਾਜ਼ ਸ਼ਰੀਫ ਦੀ ਹੁਕੂਮਤ ਆਈ ਹੈ ਜਾਂ ਮਰਜਮ ਨਵਾਜ਼ ਦੀ ਆਈ ਹੈ ਜਾਂ ਸ਼ਬਾਜ਼ ਸ਼ਰੀਫ ਦੀ ਆਈ ਹੈ ਕਿ ਅਸੀਂ ਉਹਨਾਂ ਨੂੰ ਚੰਗੇ ਗਿਣਦੇ ਹੋ। ਹਾਂ, ਜਿਨ੍ਹਾਂ ਸਾਨੂੰ ਮਾੜਿਆਂ ਨੂੰ ਆਟਾ ਤੇ 10 ਡੰਗਾਂ ਦਾ ਦਿੱਤਾ। ਅੱਛਾ, ਕਿੰਨੇ ਬੱਚੇ ਨੇ? 3 ਬੱਚੇ ਨੇ। ਬੇਟੀਆਂ ਨੇ ਬੇਟੇ ਨੇ? 2 ਬੇਟੀਆਂ ਨੇ, 1 ਬੇਟਾ। ਬੇਟਾ ਪੜ੍ਹਦੇ ਪਏ ਨੇ? ਪੜ੍ਹਦਾ ਪਿਆ। ਬੇਟੀਆਂ ਨਹੀਂ ਪੜੀਆਂ ਜਾਂ ਪੜੀਆਂ ਨੇ? ਇੱਕ ਮੇਰੀ ਬੱਚੀ ਪੜ੍ਹੀ ਹੈ 6ਵੀਂ ਤੱਕ, ਅੱਗੋਂ ਹਾਲਾਤ ਮਾੜੇ ਹੋ ਗਏ ਸੀ। ਗਰੀਬੀ ਨੇ ਇਜਾਜ਼ਤ ਨਹੀਂ ਦਿੱਤੀ ਕਿ ਬੱਚੀ ਨੂੰ ਤਾਲੀਮ ਹਾਸਲ ਕਰਵਾ ਲਓ। ਚਾਹੇ ਕੋਈ ਨਹੀਂ ਸੀ ਰਹਿ ਗਈ ਕਿ ਮੈਂ ਆਪ ਆਪਰੇਸ਼ਨ ਦਾ ਮੈਨੂੰ ਮਸਲਾ ਹੈ। ਮਕਾਨ ਤੁਹਾਡੇ ਡਿੱਗਦੇ ਪਏ ਨੇ ਤੇ ਇਹਨਾਂ ਨੂੰ ਦੁਬਾਰਾ ਹੀ ਤਮੀਰ ਕਰਨ ਦੀ ਕੋਈ ਦਿਲ 'ਚ ਖਵਾਇਸ਼ ਨਹੀਂ ਹੈਗੀ? ਜਾਂ ਬੱਚਿਆਂ ਕਦੇ ਕਿਹਾ ਹੋਵੇ ਕਿ ਅੱਬੂ ਜੀ ਮਕਾਨ ਡਿੱਗਦੇ ਪਏ ਨੇ, ਬਿਲਕੁਲ ਖਸਤਾ ਹਾਲ ਨੇ? ਬੱਚੇ ਤਾਂ ਨੇ ਆਂਦੇ, ਪਰ ਉਹਨੇ ਆਖਿਆ ਵੀ ਘਰ ਹੋਵੇ ਤਾਂ ਪੂੜੇ ਕੱਢਾਂ ਬਿਮਾਰੀ ਆਟੇ ਦੀ, ਹੱਟੀਆਂ ਤੇ ਲਿਆਵਾਂ ਵਧਾਰਾ ਬਿਮਾਰੀ ਆਟੇ ਦੀ। ਜੇ ਆਟਾ ਹੀ ਨਾ ਹੋਵੇ ਤੇ ਪੂੜਾ ਕਿੰਦਾ ਕੱਢੀਏ? ਔਰ ਪੱਕੀਆਂ ਇੱਟਾਂ ਤੇ ਦਿਲ ਕਰਦਾ ਹੈ। ਅਸੀਂ ਵੀ ਅੱਲਾ ਅੱਗੇ ਦੁਆ ਕਰਨੇ ਕਿ ਯਾ ਅੱਲਾ ਸਾਨੂੰ ਵੀ ਕਦੇ ਦੇਣ ਦਾ ਤੇ ਅਸੀਂ ਵੀ ਪੱਕੀਆਂ ਇੱਟਾਂ ਲਾ ਕੇ ਵੇਖ। ਇੱਕ ਖਵਾਬ ਦਿਲ 'ਚ ਹਸਰਤ ਹੈਗੀ। ਔਰ ਸਾਡੇ ਕੋਲ ਇੱਕ ਸਾਈ ਸੀ ਤੇ ਉਹਨੇ ਆਖਿਆ ਸੀ ਮੇਰੀ ਉਮਰ 140 ਸਾਲ ਹੋ ਗਈ ਹੈ। ਅੱਛਾ। ਤੇ ਉਹਨੇ ਆਖਿਆ ਲੋਕ ਆਂਦੇ ਸੀ ਵੀ ਕਿਆਮਤ ਆਉਣ ਵਾਲੀ। ਉਹਨੇ 140 ਸਾਲ ਹੋ ਗਏ ਨੇ ਮੈਨੂੰ ਉਡੀਕਦਿਆਂ ਕਿ ਕਿਆਮਤ ਨਹੀਂ ਆਈ। 65 ਸਾਲ ਮੇਰੀ ਉਮਰ ਹੋ ਗਈ। 65 ਸਾਲਾਂ ਦੀ ਦਿਲ ਦੇ ਵਿੱਚ ਹਜ਼ਰਤ ਹੈ ਸੀ ਵੀ ਕਦੇ ਅਸੀਂ ਵੀ ਪੱਕੇ ਪਾਵਾਂਗੇ, ਪਰ ਉਹ ਮਕਾਨ ਛੱਡ ਤੇ ਘਰ ਦਾ ਖੁਰਾ ਨਹੀਂ ਬਣਿਆ। ਅਖਰਾਜਾਤ ਹੀ ਇੰਨੇ ਵੱਧ ਗਏ ਨੇ। ਤੁਹਾਡੀ ਜ਼ਿੰਦਗੀ 'ਚ ਕਿੰਨੀ ਦਫਾ ਪਾਣੀ ਆਇਆ? ਮੇਰੀ ਜ਼ਿੰਦਗੀ ਦੇ ਵਿੱਚ 4 ਦਫਾ ਪਾਣੀ ਆਇਆ। ਸਾਰਿਆਂ ਨਾਲੋਂ ਵੱਡਾ ਜਿਹੜਾ ਪਾਣੀ ਸੀ ਉਹ ਕਿਹੜੇ ਸਨ 'ਚ ਆਇਆ? ਉਹ 2023 ਵਿੱਚ ਆਇਆ ਜਾਂ ਸਨ 88 ਵਿੱਚ ਆਇਆ। 88 ਦਾ ਪਾਣੀ। ਜਦੋਂ 88 ਦਾ ਪਾਣੀ ਆਇਆ ਸੀ ਤੁਹਾਡੇ ਘਰ ਰਹਿ ਗਿਆ ਸੀ ਜਾਂ ਢਾਹ ਕੇ ਲੈ ਗਏ ਸੀ? ਇੱਥੇ ਤਕਰੀਬਨ ਨਾ ਜਿੱਥੇ ਆਪਾਂ ਬੈਠੇ ਆ ਤੇ 5 ਫੁੱਟ ਪਾਣੀ ਚੱਲਦਾ। 5 ਫੁੱਟ ਪਾਣੀ ਚੱਲਦਾ। ਘਰ ਦੀ ਜਮਾ ਪੂੰਜੀ ਲੈ ਗਿਆ ਜਾਂ ਬਚ? ਹਰ ਸ਼ੈ ਕੋਈ ਸ਼ੈ ਨਹੀਂ ਸੀ ਰਹਿ ਗਈ ਕੋਲ ਕੇ ਪਿੰਨਣ ਵੇਜ ਹੋ ਗਿਆ ਸੀ। ਇੰਨੇ ਹਾਲਾਤ ਬੁਰੇ ਹੋ ਗਏ ਸੀ।
ਕੁਛ ਸ਼ੈ ਪੱਲੇ ਹੈ ਨਹੀਂ ਸੀ, ਤਨ ਦੇ ਲੀੜੇ ਨਹੀਂ ਸੀ ਰਹੇ। ਕੰਮ ਕੀ ਕਰਦੇ ਹੋ? ਦਿਹਾੜੀ ਬਸ ਕਰੀ। ਡੇਲੀ ਦੇ ਕਿੰਨੇ ਪੈਸੇ ਬਣ ਜਾਂਦੇ ਨੇ? 500 ਰੁਪਇਆ ਸਾਨੂੰ ਹੁਣ ਵੀ ਇਸ ਦੌਰ ਵਿੱਚ ਵੀ ਸਿਰਫ 500 ਰੁਪਇਆ? ਦਿੰਦੇ ਨੇ ਉਹ ਮਾਲਕ ਨੇ ਜਿਹੜੇ। ਹੁਣ ਤਾਂ 2000 1500 2000 ਰੁਪਇਆ ਦਿਹਾੜੀ। ਉਹ ਆਂਦੇ ਨੇ ਮੀਆਂ ਲੱਗਣਾ ਜੇ ਤੇ ਲੱਗੋ, ਨਹੀਂ ਲੱਗਣਾ ਤੇ ਕੋਈ ਹੋਰ ਦਰ ਵੇਖ ਲਵੋ। ਤੇ ਫਿਰ ਉਹ ਮਜਬੂਰੀ ਇਹ ਵੀ ਆਂਦੇ ਨੇ ਵਿਹਲੇ ਬਹਿਣ ਨਾਲੋਂ ਤਾਂ ਕਿਸੇ ਦੀ ਵਗਾਰ ਜਾਂਦੇ ਰਹੋ, ਰੋਟੀ ਤਾਂ ਰੱਜ ਤੇ ਖਾ ਵੀ ਲਈ। ਤਿੰਨਾਂ ਬੱਚਿਆਂ ਦਾ ਪੇਟ ਪਾਲਣਾ, ਆਪਦਾ ਵੀ ਪੇਟ ਪਾਲਣਾ, 500 ਰੁਪਇਆ ਡੇਲੀ ਦਾ ਕਮਾਉਂਦੇ। ਡੇਲੀ ਦਾ ਕਮਾ। ਅੱਛਾ, ਤੁਸੀਂ ਦਰਿਆ ਬਿਲਕੁਲ ਨਾਲ ਹੈ, ਲੋਕਾਂ ਦੀਆਂ ਫਸਲਾਂ ਦਰਿਆ ਦੀ ਦੂਸਰੀ ਸਾਈਡ ਤੇ ਵੀ ਨੇ। ਡੇਲੀ ਦਾ ਕਿੰਨੀ ਦਫਾ ਦਰਿਆ ਦਾ ਆਮਨ ਜਾਮਨ ਹੁੰਦਾ ਵੇ? ਉਹ ਜੇ ਦਿਹਾੜੀ ਜਾਈਏ ਉਧਰ ਤੇ ਜਾਣਾ ਹੈ, ਨਹੀਂ ਤਾਂ ਨਹੀਂ। ਜੇ ਐਸ ਮਨੇ ਦਿਹਾੜੀ ਮਿਲ ਜਾਵੇ ਤੇ ਠੀਕ ਹੈ। ਕੋਈ ਮੁਸ਼ਕਲ ਜਾਨ ਤੇ ਆਮਨ ਚ? ਜਾਨ ਆਮਨ ਦੇ ਵਿੱਚ ਨਾ ਤਕਰੀਬਨ ਬੇੜਾ ਹੈ 3 ਮੀਲ ਤੇ ਢੇਡੀਆਂ ਸਮਾਨ ਹੈ। ਬੇੜਾ ਹੈ ਉਹ ਸਾਰਿਆਂ ਨੇ ਨਾ ਪਿੰਡ ਵਾਲਿਆਂ ਨੇ ਬਣਵਾਇਆ ਰਲ ਕੇ। ਹਾਂ ਰਲ ਕੇ। ਉਹ ਹੈਗਾ ਹੈ, ਉਹ 15 ਫੁੱਟ ਚੌੜਾ ਹੈ ਤੇ 60 ਫੁੱਟ ਉਹ ਵੀ ਇੰਤਜ਼ਾਰ, ਜਿਵੇਂ ਗੱਡੀਆਂ ਮੋਟਰਾਂ ਇੰਤਜ਼ਾਰ ਕਰਦੀਆਂ ਨੇ ਸਵਾਰੀਆਂ ਦਾ, ਉਵੇਂ ਉਹ ਵੀ ਜੇ ਸਵਾਰੀਆਂ ਪੂਰੀਆਂ ਹੋਣਗੀਆਂ ਤੇ ਫਿਰ ਜਾਣਾ। ਨਹੀਂ ਤੇ ਦੂਸਰੋਂ ਉਹਨਾਂ ਵੀ ਨਹੀਂ, ਇੱਕ ਸਵਾਰੀ ਵਾਸਤੇ ਨਹੀਂ ਜਾਣਾ, ਜਦੋਂ ਵਾਸਤੇ ਉਹ ਵੀ। ਉਹ ਦਰਿਆ ਦੀ ਦੂਸਰੀ ਸਾਈਡ ਤੇ ਲਿਜਾਣ ਵਾਸਤੇ ਕੋਈ ਪੈਸੇ ਲੈਂਦੇ ਨੇ? ਹਾਂ ਪੈਸੇ ਲੈਂਦੇ ਨੇ। ਕਿੰਨੇ ਪੈਸੇ ਹੁੰਦੇ ਨੇ ਜਾਂ ਕੋਈ ਮਹੀਨੇ ਦਾ ਹੁੰਦਾ? ਉਵੇਂ ਕੋਈ ਸਵਾਰੀ ਦੇ ਦੇਵੇ ਨਾ ਤੇ ਉਹ ਵੀ ਬਾਲਦੇ ਨੇ ਇੰਜਣ ਦੇ ਵਿੱਚ ਤੇਲ। ਦੂਸਰੋਂ ਨਹੀਂ ਬੇੜਾ ਜਾ ਸਕਦਾ। ਮੋਟਰਸਾਈਕਲ ਦੇ ਵੀ ਉਹ ਫਿਰ 50 ਰੁਪਏ ਮੰਗਦੇ ਨੇ। 50 ਰੁਪਏ ਹਾਂ ਮੰਗਦੇ ਤੇ ਬੰਦੇ ਨੂੰ ਵੀ ਆਂਦੇ ਨੇ ਫਿਰ ਵੀ 20-30 ਰੁਪਏ ਦੇ ਦੇ। ਤੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਦਾ ਕੀ ਹਿਸਾਬ ਕਿਤਾਬ ਹੈ? ਉਹਨਾਂ ਕੋਲ ਪੈਸੇ ਤੇ ਉਹ ਮਾਲਕਾਂ ਦੇ ਮੁੱਕੇ ਨੇ ਦਾਣੇ ਮੁੱਕੇ ਹੋਏ। ਕੋਈ ਇੰਜ ਦਾ ਵਕਤ ਹੋਵੇ ਕਿ ਤੁਸੀਂ ਬਿਮਾਰ ਹੋ ਗਿਆ ਹੋਵੋ ਤੇ ਇਥੋਂ ਕਸੂਰ ਤੱਕ ਲਿਜਾਣਾ ਪਿਆ, ਜਾਣਾ ਪਿਆ ਹੋਵੇ, ਤਾਂ ਉਹਦੇ ਚ ਮੁਸ਼ਕਲ ਆਈ, ਜਾਂ ਕੋਈ ਤੁਹਾਡੇ ਹੋਰ ਰਿਸ਼ਤੇਦਾਰ ਬਿਮਾਰ ਹੋ ਗਿਆ, ਰਾਤ ਟਾਈਮ ਹੋਵੇ, ਰਾਤ ਦਾ ਸਮਾਂ ਹੋਵੇ ਤੇ ਬਾਰਡਰ ਤੋਂ ਜਿੰਦੇ ਕੋਲ ਮੋਟਰਸਾਈਕਲ ਹੈਗੀ ਉਹ ਤਾਂ ਮੋਟਰਸਾਈਕਲ ਤੇ ਪੜ ਗਿਆ, ਤੇ ਨਹੀਂ ਤਾਂ ਖਰੇਪੜਾਂ ਤੋਂ ਜਾਂ ਭੇਡੀਆਂ ਤੋਂ ਜਾਤ ਰਕਸ਼ਾ ਮਿਲ ਇੰਨਾ ਪੰਦ ਪੈਦਲ ਹੀ ਜਾਣਾ। ਔਰ ਬੇੜੇ ਤੇ ਮੁੰਡੇ 2 ਨੇ, ਇੱਕ ਦਾ ਨਾਂ ਰਸ਼ਾਦ ਹੈ, ਉਹ ਸਾਡੇ ਪਿੰਡ ਦੇ ਨੇ ਇੱਥੋਂ ਦੇ। ਇੱਕ ਦਾ ਨਾਂ ਜਾਕਰ ਹੈ, ਜਾਕਰ ਦੇ ਅੱਬੇ ਦਾ ਨਾਂ ਲਿਆਕਤ ਹੈ। ਅੱਛਾ ਅੱਛਾ। ਤੇ ਰਸ਼ਾਦ ਦੇ ਅੱਬੇ ਦਾ ਨਾਂ ਮੁਖਤਿਆਰ ਹੈ। ਅੱਛਾ ਅੱਛਾ। ਤੇ ਤੁਸੀਂ ਜ਼ਿੰਦਗੀ ਚ ਕਿੰਨੀ ਦੇਰ ਹੋ ਗਈ ਹੈ ਜਦੋਂ ਕੋਈ ਫਲ ਵਗੈਰਾ ਖਾਦਾ ਹੋਵੇ? ਫਲ ਵਗੈਰਾ ਤਾਂ ਦੂਰ ਰਿਹਾ। ਹੁਣ ਗੰਢਾ ਐਡਾ ਕੋ ਮਹਿੰਗਾ ਹੋ ਗਿਆ ਕਿ ਕੁਰਬਾਨੀ ਤੇ ਅਸੀਂ ਜ਼ਰੂਰ ਹਾਂਡੀ ਚ ਪਾਇਆ, ਨਹੀਂ ਤਾਂ ਪਿਆਜ਼ ਤੋਂ ਬਗੈਰ ਹੀ ਹਾਂਡੀ ਪਕਾਈ। ਉਵੇਂ ਮਿਰਚਾਂ ਘੋਲ ਕੇ ਨਾ ਤੇ ਚੱਲ ਬਈ। ਹਾਂਡੀ ਨਹੀਂ ਪਕਾਉਂਦੇ? ਹਾਂਡੀ ਜੇ ਕੁਛ ਸਬਜ਼ੀ ਹੈ ਤੇ ਪਕਾ ਲਈ, ਨਹੀਂ ਤੇ ਕਿੱਧਰ ਨੂੰ ਜਾਈਏ। ਜ਼ਿੰਦਗੀ ਤਾਂ ਫਿਰ ਬਚਰ ਕਰਨੀ ਹੈ। ਤੇ ਉਹ ਘਿਓ ਵੀ ਜਿਹੜਾ ਤੇ ਦੁਕਾਨਾਂ ਵਾਲਿਆਂ ਦੇ ਵੀ ਨਹੀਂ ਵੱਸ ਦੀ ਗੱਲ ਵੀ। ਪਹਿਲੇ ਤੇ ਇਹਨਾਂ ਨੂੰ ਨਾ ਘਿਓ ਵਾਲਿਆਂ ਨੂੰ ਕਸੂਰ ਵਾਲੇ ਆਂਦੇ ਨੇ ਵੀ ਸਾਡਾ ਹਿੱਸਾ ਇੱਥੇ ਕੱਢੀ ਜਾਏ। ਅੱਗੇ ਜੀ ਖਰੇਪੜੀਆਂ ਤੇ ਚੇਂਜ ਹੁੰਦੀ ਹੈ, ਉਹਨਾਂ ਆਪਦਾ ਹਿੱਸਾ ਲੈਣਾ ਹੁੰਦਾ ਤੇ ਫਿਰ ਇੱਥੇ ਸਾਡੇ ਕੋਲ ਆਂਦੇ ਨੂੰ ਦੁਕਾਨਦਾਰ ਦਾ ਤੈਨੂੰ ਨਾ ਕੀ ਦੱਸੀਏ ਵੀ ਬੰਦਾ ਤਾਂ ਆਪਦਾ ਹੀ ਹੈ। ਇਹ ਵੀ ਮਜਬੂਰ ਹੈ, ਇਹਦੇ ਵੀ 8-7 ਬੱਚੇ ਨੇ, ਰੋਜ਼ ਤਾਂ ਸ਼ਾਮੀ ਇਹਨੇ ਵੀ ਕਮਾਉਣ ਨਹੀਂ। ਅੱਛਾ, ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਤੁਹਾਡਾ ਪਿੰਡ ਹੈ, ਬਸਤੀ ਹੈ, ਦਰਿਆ ਬਿਲਕੁਲ ਨਾਲ ਬਹਿੰਦਾ ਪਿਆ। ਤੇ ਕਬਰਸਤਾਨ ਵਾਸਤੇ ਜਦੋਂ ਕੋਈ ਫੌਤ ਹੋ ਜਾਂਦਾ ਕਿੱਥੇ ਲੈ ਕੇ ਜਾਂਦੇ ਹੋ? ਇੱਥੋਂ ਜਦੋਂ ਪਾਣੀ ਆ ਜਾਂਦਾ ਤੇ ਕਿਵੇਂ? ਉਹ 1 ਮੀਲ ਤੇ ਹੈ, ਨਹੀਂ ਤਾਂ ਪਿੰਡ ਕਿਲਚਾਂ ਦੇ ਵਿੱਚ ਦੁਖਨਾਵੀ ਦਾ ਸੀ। ਇੰਨੀ ਦੂਰ ਲੈ ਕੇ ਜਾਣਾ? ਸਾਦਕ ਨਾਂ ਦਾ ਬੰਦਾ ਹੈ। ਅੱਛਾ। ਡੋਗਰ ਹੈ, ਕਿੱਲਾ ਜਗ੍ਹਾ ਉਹਨੇ ਖੁਦਾ ਵਾਸਤੇ ਛੱਡ ਦਿੱਤੀ ਸੀ। ਅੱਗੋਂ ਮੁਖਤਿਆਰ ਨਾਂ ਦਾ ਬੰਦਾ ਦੁਨੀਆ ਤੋਂ ਟੁਰ ਗਿਆ। ਦੁਹਾੜਾ ਉਹਨੇ ਛੱਡ ਦਿੱਤੀ ਸੀ। ਉਹਨੂੰ 1.5 ਕਿੱਲਾ ਜਗ੍ਹਾ, ਉਹਦੇ ਵਿੱਚ ਭਰਤੀ ਪਾ ਕੇ ਨਾ ਤੇ ਪਾਣੀ ਫੇਰ ਵੀ ਆਇਆ ਤੇ ਉੱਥੇ ਚੜ ਗਿਆ। ਕਬਰਸਤਾਨ ਚ ਪਾਣੀ ਵੜ ਗਿਆ ਸੀ। ਤੇ ਤੁਸੀਂ ਹਕੂਮਤ ਅੱਗੇ ਕੀ ਅਪੀਲ ਕਰਨਾ ਚਾਹੁੰਦੇ ਹੋ? ਇੰਜ ਦੇ ਹਾਲਾਤ ਨੇ, ਕੋਈ ਅਮਦਾਦ ਗਵਰਨਮੈਂਟ ਨੇ ਬਹੁਤ ਜ਼ਿਆਦਾ ਸ਼ੋਬੇ ਕੱਢੇ ਹੋਏ ਨੇ, ਜਿਵੇਂ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ, ਉਹਦੇ ਚ ਬੀਬੀਆਂ ਨੂੰ ਪੈਸੇ ਦਿੱਤੇ ਜਾਂਦੇ ਨੇ। ਬਾਹਿੰਮਤ ਬਜ਼ੁਰਗ ਪ੍ਰੋਗਰਾਮ ਹੈ, ਉਹਦੇ ਚ ਵੀ ਪੈਸੇ ਮਿਲਦੇ ਪਏ, ਤੁਹਾਨੂੰ ਕੋਈ ਮਦਦ ਮਿਲਦੀ ਪਈ? ਕੋਈ ਸ਼ੈ ਨਹੀਂ। ਆ ਸਿਹਤ ਕਾਰਡ ਵੀ ਨਾ ਜਿਹੜਾ ਇਹ ਵੀ ਨਹੀਂ ਮਿਲਿਆ। ਮੈਨੂੰ ਆਪਰੇਸ਼ਨ ਦਾ ਮਸਲਾ ਹੈ, 40-50 ਹਜ਼ਾਰ ਦਾ ਮਸਲਾ ਹੈ। ਅੱਜ ਦੀ ਘੜੀ ਤੇ ਆ ਮੇਰੀ ਹਾਲਤ ਵੇਖ ਲੈ, 40-50 ਰੁਪਏ ਨਹੀਂ ਕੋ। 40-50 ਰੁਪਏ ਤੇ ਉਹ ਪ੍ਰਾਈਵੇਟ ਜਾ ਕੇ ਆਪਰੇਸ਼ਨ ਕਰਾਈਏ ਤੇ ਆਖਰ ਡਾਕਟਰਾਂ ਤੋਂ ਲੈਣੇ। ਜੋ ਸਿਹਤ ਕਾਰਡ ਹੋ ਗਏ ਤੇ ਫਿਰ ਤਾਂ ਮੁਸ਼ਕਲ ਐਡੀ ਕੋਈ ਨਹੀਂ ਸੀ, ਨਹੀਂ ਬਣਿਆ। ਜਿਵੇਂ ਤੁਸੀਂ ਕਹਿੰਦੇ ਪਿਓ ਕਿ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਹਕੂਮਤ ਚੰਗੀ ਹੈ, ਸ਼ਹਬਾਜ਼ ਸ਼ਰੀਫ ਦੀ ਹਕੂਮਤ ਚੰਗੀ ਹੈ, ਜਿਨ੍ਹਾਂ ਸਾਨੂੰ ਆਟਾ ਦਿੱਤਾ ਹੈ, ਤੇ
ਇਮਰਾਨ ਖਾਨ ਨੇ ਸਿਹਤ ਕਾਰਡ ਵੀ ਦਿੱਤਾ ਸੀ, ਤੇ ਹੁਣ ਤੁਸੀਂ ਹੁਕੂਮਤ ਅੱਗੇ ਕੀ ਅਪੀਲ ਕਰਨਾ ਚਾਹਦੇ ਹੋ? ਕਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਜਿਹੜੀ ਗਵਰਨਮੈਂਟ ਤੁਹਾਡੇ ਨਾਲ ਤਾਮਨ ਕਰੇ? ਕੋਈ ਆ ਘਰਾਂ ਦੇ ਬਾਰੇ ਤਾਮਨ ਕਰ ਦੇਵੇ, ਜਾਂ ਪੁਲ ਬਣ ਜਾਏ, ਸਾਡੇ ਬੱਚੇ ਨੇ ਜਿਹੜੇ ਨਾ ਭਾਵੇਂ ਟੁਰ ਕੇ ਜਾਣ ਕਿ ਪਾਣੀ ਦੇ ਵਿੱਚ ਨਾ सौखे गुजर जान। सौखे गुजर जाएं। जी नादरीन, आपने देखा अंकल जी का कहना है कि इस तरक्की के दौर में हम पर इतनी गुर्बत है कि कच्चे मकान है और दिल में हसरत है कि हमारे घर भी पक्के हों। जब भी सैलाब आता है, फ्लड आता है, हमारे घरों को बहा कर ले जाता है, मगर गवर्नमेंट की तारीफ कर रहे हैं। इस हालात में भी गवर्नमेंट की तारीफ कर रहे हैं कि जी नवाज शरीफ, शहबाज शरीफ की हुकूमत अच्छी है, उन्होंने 3 तोड़ियां हमें आटे की दी, और साथ में एक शिकवा भी कर दिया कि हमें सेहत कार्ड तक नहीं मिला पहले भी। ये बीमार हैं, तो ये गवर्नमेंट के उम्मीद पर है कि कोई ऐसा गवर्नमेंट हमें इलाज की सहूलत दे ताकि ये अपना ऑपरेट करवा सकें। इनके पास बहुत ही बुरे हालात हैं, दरिया के किनारे पर बसते हैं, कच्चे मकान हैं, मकान भी ऐसे हैं कि पता नहीं कब गिर जाएं, मगर फिर भी खुदा के सहारे बैठे हुए हैं। अगर उजरत की बात की जाए तो डेली का 500 रुपया कमाते हैं। 500 में 5 ही अफराद हैं जो अपने घर का गुजर बसर करते हैं। मगर मैं भी गवर्नमेंट से और आला हकाम से ये अपील करना चाहूँगा, खुदा के लिए, ये भी पाकिस्तान के शहरी हैं, दरियाए सतलुज के किनारे में आबाद हैं, तो इनके लिए रहन सहन का बंदोबस्त किया जाए। ज्यादा नहीं, इनका कहना है कि हमारे दिल में हसरत है कि हम अपने बच्चों को तालीम हासिल करवा सकें, मगर हमारे पास वसैल नहीं कि हम अपने बच्चों को तालीम हासिल कर सकें। हर घर में अगर देखा जाए इस दौर में तो हर तरह की सहूलत मौजूद है, मगर यहाँ पर इनके पास अभी भी वाशरूम नहीं। अगर खाने पीने की बात कर ली जाए तो जो साहिब सियत लोग हैं वो तरह तरह के खाने खाते हैं, मगर इनको यानी कि अगर चिकन और मटन की बात की जाए तो ईद और शबरात पर ही ये पकाते हैं। फल के बारे में अगर पूछा जाए तो वो भी ख्वाब में देख सकते हैं, खा नहीं सकते। तो इसी के साथ अपने मेजबान सरदार जवेदा शडोगर को दीजिए इजाजत। अल्लाह निगहबान।